ਸਾਡੇ ਇੱਕ ਸਿੱਖ ਇਤਿਹਾਸ 'ਚ ਗੰਗੂ ਤੇ ਚੰਦੂ ਦੀ ਬੜੀ ਇੱਕ ਤੁੱਛ ਜੀ ਕਹਾਵਤ ਆ ਕਿ ਉਹਨੂੰ ਜੋੜਿਆ ਜਾਂਦਾ ਇਨਸਾਨੀਅਤ ਦੇ ਇੱਕ ਕਿਰਦਾਰ ਨਾਲ। ਇਹ ਗੰਗੂ ਚੰਦੂ ਜਿਹੜੇ ਧਾਰਮਿਕ ਧਰਮ ਇਹਨਾਂ ਨੇ ਗੁਰੂਆਂ ਨੂੰ ਨਹੀਂ ਬਖਸ਼ਿਆ, ਇਹ ਤਾਂ ਫਿਰ ਇੱਕ ਰਾਜਨੀਤੀ ਦੀ ਗੱਲ ਆ। ਸਭ ਇਹ ਸਵਾਲ ਤੁਹਾਡੇ ਤੇ ਵੀ ਖੜਾ ਹੁੰਦਾ ਕਿਉਂਕਿ ਤੁਸੀਂ ਵੀ ਅਕਾਲੀ ਦਲ ਦਾ ਪਹਿਲਾ ਹਿੱਸਾ ਸੀ, ਮਗਰੋਂ ਦੀ ਟਕਸਾਲੀਆਂ ਦੇ ਵਿੱਚ ਰਲ ਗਏ। ਕਿਵੇਂ ਵੇਖਦੇ ਹੋ ਤੁਸੀਂ? ਖੁਦ ਵੀ ਇਸ ਚੀਜ਼ ਦਾ ਬਿਆਨ ਕਰ ਰਹੇ ਹੋ। ਸੁਖਬੀਰ ਸਿੰਘ ਬਾਦਲ ਹੋਣਾ ਦੀ ਤੁਹਾਡੇ ਨਾਲੇ ਦੇ ਵਿੱਚ ਰੈਲੀ ਹੋਈ ਸੀ, ਤੁਹਾਨੂੰ ਦੇਖਿਆ, ਮੈਂ ਰੈਲੀ ਕਵਰਸ ਕੀਤੀ ਆ। ਪਰ ਜੇ ਗੱਲ ਕਰੀਏ ਡਾਕਟਰ ਰਤਨ ਸਿੰਘ ਅਜਨਾਲਾ ਉਸ ਰੈਲੀ ਦੇ ਵਿੱਚ ਮੌਜੂਦ ਨਹੀਂ ਸੀ। ਕਿ ਅੱਜ ਵੀ ਸਿਆਸਤ ਦੇ ਵਿੱਚ ਪਾੜ ਪਿਆ ਹੋਇਆ, ਪਰਿਵਾਰ ਦੇ ਵਿੱਚ ਦੋ ਪਾਰਟੀਆਂ ਬਣ ਗਏ, ਇੱਕ ਪੋਤੇ ਜਿਹੜਾ ਅਕਾਲੀ ਦਲ ਤੇ ਪਿਓ ਟਕਸਾਲੀ, ਅੱਜ ਵੀ ਉਦਾਂ ਹੀ ਆ। ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਪੰਜਾਬ ਦੇ ਵਿੱਚ 22 ਦੇ ਵਿੱਚ ਸਾਡੀ ਸਰਕਾਰ ਬਣਨੀ ਆ, ਜਿਹੜੇ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣੇ ਆ। ਦਿੱਲੀ ਦਾ ਮੌਜੂਦਾ ਸੀਐਮ ਹੋਵੇ ਤੇ ਬਿਕਰਮ ਮਜੀਠੀਏ ਦੇ ਪੈਰੀ ਹੱਥ ਲਾ ਕੇ ਮਾਫੀ ਮੰਗ ਜੇ, ਉਹ ਇਹਨਾਂ ਨੂੰ ਕਹੇ ਆਪਣੇ ਭਾਪੇ ਕੋਲ ਪੁੱਛੋ ਕੀ ਅੰਦਰ ਵੜ ਕੇ ਕਰ ਗਿਆ, ਉਹਨੇ ਫਿਰ ਕਿਉਂ ਕੇਸ ਵਾਪਸ ਲਿਆ? ਜਿਸ ਮਗਰ ਤਾਂ ਦਿੰਦਾ ਕੇਸ ਠੋਕ ਕੇ। ਆਮ ਆਦਮੀ ਪਾਰਟੀ ਕਹਿੰਦੀ ਜਦੋਂ ਕਾਂਗਰਸੀ ਸਰਕਾਰ ਆਉਂਦੀ ਹੈ ਤਾਂ ਮਾਈਨਿੰਗ ਦੇ ਜਿੰਨੇ ਪੈਸੇ ਆ ਉਹਦੀ ਫੰਡਿੰਗ ਜਿਹੜੀ ਆ ਉਹ ਬੋਨੀ ਅਜਨਾਲਾ ਨੂੰ ਹੁੰਦੀ ਹੈ, ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਕਾਂਗਰਸ ਨੂੰ ਹੁੰਦੀ ਹੈ ਅਜਨਾਲੇ ਤੋਂ। ਲੋਕ ਸਭਾ ਦੇ ਚੋਣਾਂ ਵਿੱਚ ਉਮੀਦਵਾਰ ਨੂੰ ਜਿਤਾਉਣ ਵਾਸਤੇ ਬੋਨੀ ਅਜਨਾਲਾ ਦਾ ਵੱਡਾ ਯੋਗਦਾਨ ਰਿਹਾ ਅਜਨਾਲੇ ਦੇ ਵਿੱਚ, ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਗਈਆਂ। ਇਹ ਝੂਠ ਕਾਹਦਾ ਹੈ? ਕਿਉਂਕਿ ਉਸ ਟਾਈਮ ਤੇ ਤੁਸੀਂ ਅਕਾਲੀ ਦਲ ਤੋਂ ਬਾਗੀ ਹੋਏ ਸੀ। ਬੀਜੇਪੀ ਦੇ ਲੀਡਰ ਕਹਿੰਦੇ ਆ ਕਿ ਜਿੰਨਾ ਚਿਰ ਸਾਡੇ ਨਾਲ ਗਠਬੰਧਨ ਸੀ ਸਾਡੇ ਕਰਕੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ, ਹੁਣ ਦੁਬਾਰਾ ਨਹੀਂ ਬਣਦੀ, ਦੁਬਾਰਾ ਬਣੂਗੀ ਤਾਂ ਬੀਜੇਪੀ ਦੀ ਸਰਕਾਰ ਬਣੂਗੀ। ਤੁਹਾਨੂੰ ਲੱਗਦਾ ਨਹੀਂ 328 ਪਾਵਨ ਸਰੂਪਾਂ ਨੂੰ ਲੈ ਕੇ, ਬਾਈਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹ ਸਾਰੀਆਂ ਅਕਾਲੀ ਦਲ ਦਾ ਵਿਰੋਧ ਕਰ ਰਹੀਆਂ। ਕਿਵੇਂ ਤੁਸੀਂ ਕਹਿ ਸਕਦੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ? ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ। ਜੋ ਹੀ 22 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ, ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ। ਦਿਨੋਂ ਦਿਨ ਸਿਆਸਤ ਦੇ ਵਿੱਚ ਬਦਲਾਅ ਵੀ ਆ ਰਿਹਾ। ਜਿਵੇਂ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਦੇ ਨਾਲ ਗਠਬੰਧਨ ਕੀਤਾ ਗਿਆ। ਤਾਂ ਇਸ ਵਿਸ਼ੇ ਤੇ ਸਾਡੇ ਨਾਲ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਬੋਨੀ ਅਜਨਾਲਾ ਨਾਲ ਨੇ ਗੱਲਬਾਤ ਕਰਾਂਗੇ ਪੂਰੀ। ਅਜਨਾਲਾ ਸਾਹਿਬ ਸਵਾਗਤ ਕਰਦੇ ਹਾਂ ਸਕਾਈ ਨਿਊਜ਼ ਪੰਜਾਬ। ਬਹੁਤ ਬਹੁਤ ਧੰਨਵਾਦ ਜੀ ਮਾਲਾ ਸਾਹਿਬ ਜੀ। ਗੱਲ ਕਰੀਏ ਤਾਂ ਸਿਆਸਤ ਕਾਫੀ ਤੇਜ਼ੀ 'ਚ ਆ, 22 ਦੀਆਂ ਚੋਣਾਂ ਨਜ਼ਦੀਕ ਆ ਗਈਆਂ, ਬਾਗੀ ਸੁਰਾਂ ਵੀ ਉੱਠਣ ਲੱਗ ਪਈਆਂ। ਤੁਹਾਡੇ ਖਿਲਾਫ ਵੀ ਕੁਝ ਬਾਗੀ ਸੁਰਾਂ ਉੱਠ ਰਹੀਆਂ ਨੇ, ਕੁਝ ਆਮ ਆਦਮੀ ਪਾਰਟੀ, ਕੁਝ ਤੁਹਾਡੇ ਆਪਣੇ ਵੀ ਕਰ ਰਹੇ ਨੇ। ਕਿਵੇਂ ਵੇਖਦੇ ਹੋ ਤੁਸੀਂ? ਇਹ ਤੇ ਰਾਜਨੀਤੀ ਦਾ ਅਸੂਲ ਆ ਕਿ ਹਰ ਇੱਕ ਦੀ ਦੂਸ਼ਣਬਾਜ਼ੀ ਇੱਕ ਦੂਜੇ ਦੇ ਕਰਦੇ ਆ, ਪਰ ਮੈਂ ਕੋਸ਼ਿਸ਼ ਕਰਦਾ ਕਿ ਕਿਸੇ ਦੂਸ਼ਣਬਾਜ਼ੀ ਨਾ ਕੀਤੀ ਜਾਵੇ। ਡਿਵੈਲਪਮੈਂਟ ਦੇ ਨਾਂ ਤੇ ਅਸੀਂ ਇਲੈਕਸ਼ਨ ਲੜਨੀ ਆ ਤੇ ਅਜਨਾਲੇ ਹਲਕੇ 'ਚ ਅਜਨਾਲੇ ਦੀ ਸੰਗਤ ਨੂੰ, ਵਿਧਾਨ ਸਭਾ ਹਲਕੇ ਦੇ ਅਜਨਾਲੇ ਦੇ ਲੋਕਾਂ ਨੂੰ ਇਹ ਪਤਾ ਆ ਕਿ ਕਿਹੜੀ ਪਾਰਟੀ, ਕਿਹੜਾ ਪਰਿਵਾਰ, ਕਿਹੜਾ ਸੇਵਾ, ਕਿਹੜਾ ਕਿਹਦੀ ਸੇਵਾ ਕਰਦਾ ਆ, ਕਿਹੜਾ ਲੁੱਟ ਖਸੁੱਟ ਕਰਦਾ, ਤੇ ਕਿਹੜੇ ਕੜਮ ਚੌਧਰੀ ਇੱਥੇ ਆਣ ਕੇ ਆਪਣੇ ਆਪ ਨੂੰ ਬੜੇ ਲਤੀਫੇ ਤੇ ਬੜੇ ਕਹਾਵਤਾਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਨੇ। ਅਜਨਾਲਾ ਸਾਹਿਬ ਕੀ ਗੱਲ, ਤੁਸੀਂ ਲੋਕਲ ਬੋਡੀ ਚੋਣਾਂ ਅਜਨਾਲੇ ਤੋਂ ਜਿੱਤੀਆਂ, ਪੂਰੇ ਪੰਜਾਬ ਦੇ ਵਿੱਚ ਤੁਹਾਡੀ ਚਰਚਾ ਹੋਈ, ਪਰ ਪੰਚਾਇਤ ਤੁਹਾਡੇ ਕੋਲ ਨਹੀਂ ਬਣੀ, ਕੀ ਕਾਰਨ ਹੈ? ਇਹ ਅਜਨਾਲੇ ਸ਼ਹਿਰ ਨੇ ਫਤਵਾ ਸ਼੍ਰੋਮਣੀ ਅਕਾਲੀ ਦਲ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਝੋਲੀ ਪਾਇਆ ਸੀ। ਸਾਡੇ ਐਮਸੀ ਬਣੇ ਸੀ, ਪਰ ਸਾਡਾ ਇੱਕ ਐਮਸੀ ਕਾਂਗਰਸ ਦੀ ਖਰੀਦੋ ਫਰੋਖਤ ਕਰਕੇ ਉਧਰ ਚਲ ਗਿਆ। ਇਹ ਰਾਜਨੀਤੀ 'ਚ ਬੜੀਆਂ ਸਿੰਪਲ, ਮੈਂ ਇੱਕ ਰਾਜਨੀਤੀ ਤੇ ਬੜੀ ਤੁੱਛ ਜੀ ਗੱਲ ਆ, ਪਰ ਮੈਂ ਆਪਣੇ ਜਿਸ ਧਰਮ, ਜਿਸ ਮਜ਼ਹਬ, ਗੁਰੂ ਘਰ ਦੀ ਗੱਲ ਕਰਦਾ ਹਾਂ ਕਿ ਸਾਡੇ ਇਤਿਹਾਸ ਗਵਾਹ ਸਿੱਖ ਇਤਿਹਾਸ ਦਾ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਪਾਤਸ਼ਾਹ ਦੇ ਘਰ ਦਾ ਰਸੋਈਆ ਗੰਗੂ ਹੋਇਆ। ਗੁਰੂ ਅਰਜਨ ਪਾਤਸ਼ਾਹ ਵੇਲੇ ਅੱਜ ਦਿਹਾੜਾ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦਾਂ ਦੇ ਸਰਤਾਜ ਦਾ ਦਿਹਾੜਾ ਹੈ ਅੱਜ, ਜਿਹੜਾ ਬੜੇ ਲੋਕਾਂ ਨੇ ਛਬੀਲਾਂ, ਲੋਕਾਂ ਨੇ ਠੰਡੇ ਛਬੀਲਾਂ, ਠੰਡੇ ਜਲ, ਠੰਡਾ ਕਰਦੇ ਪਏ ਆ, ਸੇਵਾ ਕਰ ਰਹੇ ਨੇ, ਤੇ ਉਹਨਾਂ ਦਾ ਚੰਦੂ ਹੋਇਆ। ਇਹ ਸਾਡੇ ਇੱਕ ਸਿੱਖ ਇਤਿਹਾਸ 'ਚ ਗੰਗੂ ਤੇ ਚੰਦੂ ਦੀ ਬੜੀ ਇੱਕ ਤੁੱਛ ਜੀ ਕਹਾਵਤ ਆ ਕਿ ਉਹਨੂੰ ਜੋੜਿਆ ਜਾਂਦਾ ਇਨਸਾਨੀਅਤ ਦੇ ਇੱਕ ਕਿਰਦਾਰ ਨਾਲ। ਇਹ ਗੰਗੂ ਚੰਦੂ ਜਿਹੜੇ ਧਾਰਮਿਕ ਧਰਮ ਇਹਨਾਂ ਨੇ ਗੁਰੂਆਂ ਨੂੰ ਨਹੀਂ ਬਖਸ਼ਿਆ, ਇਹ ਤਾਂ ਫਿਰ ਇੱਕ ਰਾਜਨੀਤੀ ਦੀ ਗੱਲ ਆ। ਇਹ ਤੇ ਕੋਈ ਆ ਗਿਆ, ਕੋਈ ਚਲ ਗਿਆ, ਇਹ ਕੰਮ ਤੇ ਚੱਲਦੇ ਰਹਿੰਦੇ ਆ। ਬੋਨੀ ਸਾਹਿਬ ਇਹ ਸਵਾਲ ਤੁਹਾਡੇ ਤੇ ਵੀ ਖੜਾ ਹੁੰਦਾ ਕਿਉਂਕਿ ਤੁਸੀਂ ਵੀ ਅਕਾਲੀ ਦਲ ਦਾ ਪਹਿਲਾ ਹਿੱਸਾ ਸੀ, ਮਗਰੋਂ ਦੀ ਟਕਸਾਲੀਆਂ ਦੇ ਵਿੱਚ ਰਲ ਗਏ। ਕਿਵੇਂ ਵੇਖਦੇ ਹੋ ਤੁਸੀਂ? ਖੁਦ ਵੀ ਇਸ ਚੀਜ਼ ਦਾ ਬਿਆਨ ਕਰ ਰਹੇ ਹੋ। ਮੈਂ ਤੇ ਸ਼ਰੇਆਮ ਕਹਿੰਦਾ ਕਿ ਮੈਂ ਟਕਸਾਲੀਆਂ ਦਾ ਹਿੱਸਾ ਸੀਗਾ। ਮੈਂ ਡਟ ਕੇ ਜਿਹੜਾ ਉਹ ਸਾਲ ਰਿਹਾ, ਡਟ ਕੇ ਅਕਾਲੀ ਦਲ ਦੇ ਵਿਰੋਧ ਰਿਹਾ। ਇੱਕ ਘਰ 'ਚ ਜਦੋਂ ਰਸੋਈ 'ਚ ਭਾਂਡੇ ਹੁੰਦੇ ਆ ਨਾ, ਉਹ ਖੜਕਦੇ ਆ, ਪਰ ਭਾਂਡੇ ਰਸੋਈਓਂ ਬਾਹਰ ਨਹੀਂ ਜਾਂਦੇ, ਅਖੀਰ ਟੁੱਟੀਆਂ ਬਾਹਾਂ ਗਲਾਂ ਨੂੰ ਹੀ ਲੱਗਦੀਆਂ। ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਜਥੇਬੰਦੀ ਆ ਜਿਹੜਾ ਪੰਜਾਬੀਅਤ,
ਤੇ ਇੱਥੋਂ ਦੇ ਹਰ ਵਰਗ ਦਾ ਮਾਣ ਸਤਿਕਾਰ ਕਰ ਸਕਦੀ ਹੈ। ਪਿਛਲੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਤੁਹਾਡੇ ਨਾਲੇ ਦੇ ਵਿੱਚ ਰੈਲੀ ਹੋਈ ਸੀ, ਤੁਹਾਨੂੰ ਦੇਖਿਆ, ਮੈਂ ਰੈਲੀ ਕਵਰਸ ਕੀਤੀ ਆ, ਪਰ ਜੇ ਗੱਲ ਕਰੀਏ ਡਾਕਟਰ ਰਤਨ ਸਿੰਘ ਅਜਨਾਲਾ ਉਸ ਰੈਲੀ ਦੇ ਵਿੱਚ ਮੌਜੂਦ ਨਹੀਂ ਸੀ। ਕਿ ਅੱਜ ਵੀ ਸਿਆਸਤ ਦੇ ਵਿੱਚ ਪਾੜ ਪਿਆ ਹੋਇਆ, ਪਰਿਵਾਰ ਦੇ ਵਿੱਚ ਦੋ ਪਾਰਟੀਆਂ ਬਣ ਗਏ, ਇੱਕ ਪੋਤੇ ਜਿਹੜਾ ਅਕਾਲੀ ਦਲ ਤੇ ਪਿਓ ਟਕਸਾਲੀ, ਅੱਜ ਵੀ ਉਦਾਂ ਹੀ ਆ। ਤੁਸੀਂ ਬੜੇ ਸਿਆਣੇ ਸੁਲਝੇ ਪੱਤਰਕਾਰ ਜੇ ਮਾਲਾ ਸਾਹਿਬ। ਪਹਿਲੀ ਗੱਲ ਤੇ ਟਕਸਾਲੀ ਜਿਹੜਾ ਉਹ ਹੋ ਹੀ ਡਿਜ਼ੋਲਵ ਗਿਆ ਆ, ਉਹ ਹੈ ਹੀ ਨਹੀਂ, ਹੋਂਦੀ ਐਨੀ ਆ। ਤੇ ਕਦੀ ਬਾਪੂ ਬਗੈਰ ਵੀ ਬੱਕਰੀਆਂ ਚਰਦੀਆਂ। ਹਮੇਸ਼ਾ ਮਾਂ ਪਿਓ ਦੇ ਆਸ਼ੀਰਵਾਦ ਨਾਲ ਹਮੇਸ਼ਾ ਮਾਂ ਪਿਓ ਦੇ ਆਸ਼ੀਰਵਾਦ ਨਾਲ ਜਿਹੜੇ ਪੋਤੇ ਆ ਬੱਚੇ ਆ ਰਾਈਜ਼ ਕਰਦੇ ਆ, ਮਿਹਨਤਾਂ ਕਰਦੇ, ਉਹਨਾਂ ਦੇ ਆਸ਼ੀਰਵਾਦ ਨਾਲ ਚੱਲਦੇ ਆ। ਇੱਥੇ ਮੇਰੇ ਬਜ਼ੁਰਗਾਂ ਦੀ ਗੱਲ ਆ, ਉਹਨਾਂ ਦੀ ਪੇਨ ਆ ਲੱਕ 'ਚ। ਜਦੋਂ ਮੈਂ ਇੱਥੇ ਜਿਸ ਦਫ਼ਤਰ 'ਚ ਬੈਠੇ ਜੇ ਜਿਸ ਕੁਰਸੀ ਤੇ ਮੈਂ ਬਹਿ ਕੇ ਇੰਟਰਵਿਊ ਦੇ ਰਿਹਾ, ਉਹਨਾਂ ਦੀ ਕੁਰਸੀ ਆ। ਜਦੋਂ ਮੈਂ ਇੱਥੇ ਨਹੀਂ ਬਹਿੰਦਾ, ਉਹ ਇੱਥੇ ਆਣ ਕੇ ਸੇਵਾ ਕਰਦੇ, ਲੋਕਾਂ ਦੇ ਦੁੱਖ ਸੁੱਖ ਸੁਣਦੇ ਆ। ਅਜਨਾਲੇ ਹਲਕੇ 'ਚ ਕੋਈ ਵੀ ਦੁੱਖ ਤਕਲੀਫ ਆ, ਸਾਨੂੰ ਸਲਾਹ ਵੀ ਦਿੰਦੇ ਆ ਤੇ ਸਾਡੀ ਮਦਦ ਵੀ ਕਰਦੇ ਆ। ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਅਜਨਾਲਾ ਸਾਹਿਬ, ਗੱਲ ਕਰੀਏ ਤਾਂ ਅੱਗੇ ਸਿਰਫ 3 ਪਾਰਟੀਆਂ ਇਲੈਕਸ਼ਨ ਲੜਦੀਆਂ ਸੀ, ਹੁਣ 4-5 ਪਾਰਟੀਆਂ ਹੋ ਗਈਆਂ। ਲੱਗਦਾ ਔਖਾ ਨਹੀਂ ਹੋ ਗਿਆ ਇਲੈਕਸ਼ਨ ਜਿੱਤਣਾ? ਮੈਂ ਤੇ ਮਾਲਾ ਸਾਹਿਬ, ਇਹ ਤੇ ਵਿਧਾਨ ਸਭਾ 1.5 ਲੱਖ ਦੇ ਕਰੀਬ ਵੋਟਰ ਹੈ ਅਜਨਾਲੇ ਹਲਕੇ ਦਾ। ਇਹ ਵੋਟਰ ਨੇ ਫੈਸਲਾ ਕਰਨਾ ਆ ਕਿ ਅਸੀਂ ਆਪਣੇ ਹੱਕ ਹਕੂਕ ਕਿਸ ਪਾਰਟੀ ਨੂੰ ਕਿਸ ਨੂੰ ਦੇਣੇ ਆ, ਕਿਹਨਾਂ ਨੂੰ ਆਪਣਾ ਅਗਲਾ 5 ਸਾਲ ਰਾਜ ਭਾਗ ਦੇਣਾ, ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਦੇਣਾ। ਇਹ ਨਾ ਮੈਂ ਕਰਨਾ ਨਾ ਤੁਹਾਂ ਕਰਨਾ, ਇਹ ਸੰਗਤ ਨੇ, ਜਿਹੜਾ ਵਿਧਾਨ ਸਭਾ ਦੇ ਵੋਟਰ ਨੇ, ਇਹ ਉਹ ਸੰਗਤ ਨੇ ਫੈਸਲਾ ਕਰਨਾ ਕਿ ਅਸੀਂ ਇਹ ਹੱਕ ਹਕੂਕ ਸ਼੍ਰੋਮਣੀ ਅਕਾਲੀ ਦਲ ਨੂੰ ਦੇਣੇ ਆ ਜਾਂ ਝੂਠੀਆਂ ਸਹੁੰਆਂ ਖਾਣ ਵਾਲਿਆਂ ਨੂੰ, ਜਾਂ ਜਿਹੜੇ ਟੋਪੀ ਵਾਲੇ, ਮੈਂ ਟੋਪੀ ਵਾਲੇ ਕਹਿੰਦਾ ਨਾ, ਜਿਹੜਾ ਕੇਜਰੀਵਾਲ ਟੋਪੀ ਵਾਲਾ, ਜਾਂ ਟੋਪੀ ਵਾਲਾ ਜਿਹੜਾ ਬਗੈਰ ਗਪੌੜ ਸੰਖ ਤੇ ਨਾਲ ਉਹਨੇ ਜਿਹੜੇ ਨਟੰਕੀ ਰੱਖੀ ਆ ਉਹਨਾਂ ਨੂੰ ਦੇਣਾ, ਜਾਂ ਜਿਹੜੇ ਵੀ ਹੋਰ ਜਿੰਨੇ ਵੀ ਜਾਤ ਵੀ ਕੋਈ ਡੈਮੋਕ੍ਰੇਟ ਮੁਲਕ ਹੈ ਕੋਈ ਵੀ ਲੜ ਸਕਦਾ। ਇਹਦੇ ਸੰਗਤ ਦਾ ਫੈਸਲਾ ਹੋਣਾ ਇਹਦੇ। ਤੁਸੀਂ ਟੋਪੀ ਵਾਲਿਆਂ ਦੀ ਗੱਲ ਕੀਤੀ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਅਜਨਾਲਾ ਸਾਹਿਬ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਪੰਜਾਬ ਦੇ ਵਿੱਚ 22 ਦੇ ਵਿੱਚ ਸਾਡੀ ਸਰਕਾਰ ਬਣਨੀ ਆ, ਜਿਹੜੇ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਚੁੱਕ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣੇ ਆ। ਇਹ ਝੂਠ ਬੋਲਣ ਦਾ ਜਿਹੜੀ PhD ਮੈਂ ਕਹਿੰਦਾ ਨਾ, ਉਹ PhD ਦੀ ਵੀ ਇੱਕ MPhil ਹੁੰਦੀ ਹੈ, ਤੋਂ ਤਾਂ ਇੱਕ ਡਿਗਰੀ ਹੁੰਦੀ ਆ, ਉਹ ਕੇਜਰੀਵਾਲ ਨੇ ਕੀਤੀ ਆ। ਇਹ ਕਹਿੰਦਾ ਜੇਲ੍ਹਾਂ 'ਚ ਦੇਣਾ। ਆਹ 17 ਦੀ ਜਿਹੜੀ ਇਲੈਕਸ਼ਨ ਸੀ, ਸਰ ਬਿਕਰਮ ਸਿੰਘ ਮਜੀਠੀਆ ਸਾਡੇ ਕੈਬਨਿਟ ਮੰਤਰੀ ਰਹੇ ਨੇ, ਸਾਬਕਾ ਮੰਤਰੀ ਰਹੇ ਨੇ, ਉਹ ਹੁਣ ਵਿਧਾਇਕ ਨੇ ਮੌਜੂਦਾ ਮਜੀਠੇ ਤੋਂ। ਕੇਜਰੀਵਾਲ ਦੇ ਜਿਹੜੀ ਨਟੰਕੀ ਦੀ ਜਿਹੜੀ ਚਾਂੜ ਚੜੌਂਕੜੀ ਆ, ਇਹਨਾਂ ਨੇ ਪੰਜਾਬ 'ਚ ਜਗ੍ਹਾ ਜਗ੍ਹਾ ਭੰਡਿਆ ਕਿ ਬਿਕਰਮ ਇਹ ਕਰਦਾ, ਬਿਕਰਮ ਉਹ ਕਰਦਾ ਆ, ਅਸੀਂ ਚੁੱਕ ਕੇ ਅੰਦਰ ਦੇ ਦਾਂਗੇ, ਅਸੀਂ ਫਲਾਣਾ ਕਰਦਾ, ਢੀਂਗੜਾ ਕਰਦਾ, ਇਸੋਂ ਤੱਕ ਕੋਟਾ ਦਾ ਕੇਸ ਕੀਤੇ। ਤੇ ਇਹ ਜਿਹੜਾ ਆਪਣੇ ਆਪ ਨੂੰ ਮਹਾਰਥੀ ਆਪਣੇ ਆਪ ਨੂੰ ਸਮਝਦਾ ਪਿਆ ਆ ਕਿ ਕੇਜਰੀਵਾਲ ਟੋਪੀ ਵਾਲਾ, ਜਿਹੜਾ ਝੂਠ ਦਾ ਪਲੰਦਾ, ਝੂਠਿਆਂ ਦਾ ਨਾਨਾ, ਝੂਠਿਆਂ ਦਾ ਫੁੱਫੜ, ਇਹ ਪੈਰੀ ਅੰਦਰ ਵੜ ਕੇ ਚਿੱਠੀ ਦੇ ਕੇ ਸਰ ਬਿਕਰਮ ਸਿੰਘ ਮਜੀਠੀਆ ਦੇ ਉਹਦੇ ਪੁੱਤਰ ਛੋਟੀ ਉਮਰ ਦਾ ਉਹਦੇ ਪੈਰੀ ਹੱਥ ਲਾ ਕੇ ਮੱਥਾ ਟੇਕ ਕੇ ਇਹਨੂੰ ਟਿਕਿਆ, ਮੈਨੂੰ ਬਖਸ਼ ਦਿਓ, ਮੇਰੇ ਕੋਲ ਤਰੀਕ ਭੁਗਤਣੀ ਨਹੀਂ ਆਉਂਦੀ ਪਈ, ਮੈਂ ਝੂਠ ਬੋਲ ਸਕਿਆ, ਮੈਂ ਗਮਰਾਹ ਹੋ ਗਿਆ ਆਪਣੀ ਜਿਹੜੇ ਨਟੰਗੀ ਦੇ ਕਰਕੇ। ਉਹਦੇ ਅੱਜ ਵੀ ਕਹਿ ਰਹੇ ਕਿ ਬਿਕਰਮਜੀਤ ਜਿਹੜੀ ਸਮਗਲਰ ਆ। ਇਹ ਤੇ ਇਹਨਾਂ ਨੇ ਜਿਹੜਾ ਝੂਠ CM ਕੇਜਰੀਵਾਲ ਨੂੰ ਪੁੱਛੋ ਜਿਹੜਾ ਮਾਫੀ ਮੰਗ ਕੇ ਗਿਆ, ਜਿਹੜਾ CM ਦਿੱਲੀ ਦਾ ਮੌਜੂਦਾ CM ਹੋਵੇ ਤੇ ਬਿਕਰਮ ਮਜੀਠੀਏ ਦੇ ਪੈਰੀ ਹੱਥ ਲਾ ਕੇ ਮਾਫੀ ਮੰਗ ਜੇ, ਉਹ ਇਹਨਾਂ ਨੂੰ ਕਹੇ ਆਪਣੇ ਭਾਪੇ ਕੋ ਪੁੱਛੋ ਕੀ ਅੰਦਰ ਵੜ ਕੇ ਕਰ ਗਿਆ, ਉਹਨੇ ਫਿਰ ਕਿਉਂ ਕੇਸ ਵਾਪਸ ਲਿਆ? ਜੇ ਸਮਗਲਰ ਹੀ ਤਾਂ ਦਿੰਦਾ ਕੇਸ ਠੋਕ ਕੇ। ਉਹ ਕਹਿੰਦੇ ਆਮ ਆਦਮੀ ਪਾਰਟੀ ਪਤਾ ਕੀ ਕਹਿ ਰਹੀ ਹੈ, ਕਹਿੰਦੀ ਜਦੋਂ ਕਾਂਗਰਸੀ ਸਰਕਾਰ ਆਉਂਦੀ ਹੈ ਤਾਂ ਮਾਈਨਿੰਗ ਦੇ ਜਿੰਨੇ ਪੈਸੇ ਆ ਉਹਦੀ ਫੰਡਿੰਗ ਜਿਹੜੀ ਆ ਉਹ ਬੋਨੀ ਅਜਨਾਲਾ ਨੂੰ ਹੁੰਦੀ ਆ, ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਕਾਂਗਰਸ ਨੂੰ ਹੁੰਦੀ ਹੈ ਅਜਨਾਲੇ ਤੋਂ। ਇਹ ਕਿਸੇ ਨੂੰ ਕਿਸੇ ਕੋਲ ਸਰਟੀਫਿਕੇਟ ਲੈਣ ਦੇਣ ਦੀ ਲੋੜ ਨਹੀਂ ਆ। ਇਹ ਭਲੀ ਭਾਂਤ ਇਸ ਹਲਕੇ ਦੀ ਸੰਗਤ ਜਾਣਦੀ ਆ ਕਿ ਕਿਹੜੇ ਪੈਸੇ ਕਿਹਨੂੰ ਜਾਂਦੇ ਆ, ਕਿਹੜੇ ਪੈਸੇ ਕਿਹਨੂੰ ਆਉਂਦੇ ਆ। ਜੇ ਮੈਨੂੰ ਪੈਸੇ ਆਉਂਦੇ ਹੋਣ, ਆ ਬੱਲੜਵਾਲ ਖਾਨਵਾਲ ਅੱਜ ਤੋਂ ਸਾਲ ਪਹਿਲਾਂ ਹੀ ਇੱਥੇ ਧਰਨੇ ਲਾਏ, ਇੱਥੇ ਡੱਕਾ ਲਿਆ, ਤੁਹਾਡੇ ਮੀਡੀਆ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਮੈਂ ਟੀਮ ਖੜੀ, ਸਾਡੀਆਂ ਗੱਡੀਆਂ ਭੰਨੀਆਂ ਗਈਆਂ, ਪਰਚੇ ਹੋਏ, ਉਸ ਤੋਂ ਬਾਅਦ ਇੱਕ ਕਤਲ ਹੋਇਆ ਉੱਥੇ ਸਾਡੇ ਇੱਕ ਵਰਕਰ ਦਾ, ਲੰਬੜਦਾਰ ਦਾ। ਤੇ ਜੇ ਅਸੀਂ ਪੈਸੇ ਲੈਣੇ ਆ ਤੇ ਉਹਨਾਂ ਦੀ ਲਾਸ਼ਾਂ ਤੇ ਚੜ ਕੇ ਪੈਸੇ ਨਹੀਂ ਲੈਣੇ। ਅਸੀਂ ਹਮੇਸ਼ਾ ਹੀ ਅਜਨਾਲੇ ਹਲਕੇ ਦੀ ਜੇ ਕੋਈ ਡਿਵੈਲਪਮੈਂਟ ਹੋਈ ਆ, ਜੇ ਦੁੱਖ ਸੁੱਖ ਦਾ ਭਾਈਵਾਲ ਹੋਇਆ, ਸ਼੍ਰੋਮਣੀ ਅਕਾਲੀ ਦਲ ਤੇ ਮੈਂ ਜੇ ਮੈਂ ਕਹਾਂ ਕਿ ਮੇਰੇ ਸਤਿਕਾਰਯੋਗ ਬਜ਼ੁਰਗਾਂ ਨੇ, ਸਾਡੇ ਪਰਿਵਾਰ ਨੇ ਜੋ ਸੇਵਾ ਕੀਤੀ ਆ, ਹਮੇਸ਼ਾ ਹੀ ਪ੍ਰਮਾਤਮਾ ਨੇ ਅਜਨਾਲੇ ਹਲਕੇ ਦੀ ਜੇ ਡਿਵੈਲਪਮੈਂਟ ਦੀ ਜੇ ਕੋਈ ਵੀ ਦੁੱਖ ਸੁੱਖ ਦੀ ਸੇਵਾ ਕਰਾਈ ਆ ਤੇ ਸਾਡੇ ਪਰਿਵਾਰ ਨੂੰ ਮਾਣ ਆ ਕਿ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਮੇਰੇ ਬਜ਼ੁਰਗਾਂ ਨੇ ਸੇਵਾ ਕੀਤੀ, ਤਕੜੇ ਹੋ ਕੇ ਇਹੀ ਸੇਵਾ ਕਰਾਂਗੇ। ਕਹਿੰਦੇ ਲੋਕ ਸਭਾ ਦੀ ਚੋਣਾਂ ਵਿੱਚ ਉਮੀਦਵਾਰ ਨੂੰ ਜਿਤਾਉਣ ਵਾਸਤੇ ਬੋਨੀ ਅਜਨਾਲਾ ਦਾ ਵੱਡਾ ਯੋਗਦਾਨ ਰਿਹਾ। ਅਜਨਾਲੇ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਗਈਆਂ। ਇਹ ਝੂਠ ਕਾਹਦਾ ਆ? ਕਿਉਂਕਿ ਉਸ ਟਾਈਮ ਤੇ ਤੁਸੀਂ ਅਕਾਲੀ ਦਲ ਤੋਂ ਬਾਗੀ ਹੋਏ ਸੀ, ਬਾਕੀ ਸੋ ਮੈਂ ਝੂਠ ਕਾਹਦਾ ਆ? ਇਹ ਝੂਠ, ਇਹ ਜੱਗ ਜ਼ਾਹਰ ਗੱਲ ਆ। ਇਹ ਤੇ ਮੀਡੀਆ 'ਚ ਕਈ ਤੁਹਾਡੇ ਪ੍ਰਿੰਟ ਮੀਡੀਆ 'ਚ ਤੁਹਾਡੇ ਸ਼ਰੇਆਮ ਅਸੀਂ ਬੋਲੇ ਆ ਕਿ ਅਸੀਂ ਇਹ ਅਜਨਾਲੇ ਆਪਣੀ ਸਭ ਤੋਂ ਪਹਿਲਾਂ ਬੰਦੇ ਦੀ ਹੁੰਦੀ ਅਣਖ, ਸਭ ਤੋਂ ਹੁੰਦੀ ਬੰਦੇ ਦੀ ਪੱਗ, ਸਭ ਤੋਂ ਹੁੰਦਾ ਪਰਿਵਾਰ ਦੇ ਮੁਖੀ ਦਾ ਹੁਕਮ।
ਹਾਂਜੀ ਤੇ ਜੇ ਸਾਡੇ ਪਰਿਵਾਰ ਨੇ ਫੈਸਲਾ ਕਰ ਲਿਆ ਸੀ, ਸਾਡੇ ਵਰਕਰਾਂ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਇਹਨਾਂ ਨੂੰ ਨਹੀਂ ਜਿੱਤੇ, ਅਸੀਂ ਟਕਸਾਲੀ ਹਾਂ, ਤੇ ਇਹਨਾਂ ਨੂੰ ਇੱਕ ਵਾਰੀ ਆਪਣਾ ਰੋਸ ਜ਼ਾਹਰ ਕਰਨਾ ਤੇ ਡਟ ਕੇ ਆਪਣਾ ਰੋਸ ਕੱਢਿਆ, ਤੇ ਰੋਸ ਵੀ ਆਪਣੇ ਨਾਲ ਕੱਢਿਆ ਜਾਂਦਾ, ਬਗਾਨਿਆਂ ਨੇ ਕੱਢਿਆ ਜਾਂਦਾ, ਤੇ ਸ਼ਰੇਆਮ ਤਕੜੇ ਹੋ ਕੇ ਅਸੀਂ ਔਜਲਾ ਸਾਹਿਬ ਨੂੰ MP ਨੂੰ ਵੋਟਾਂ ਪਾਈਆਂ ਸੀ। ਹੁਣ ਪੁੱਛੋ ਜਦੋਂ ਦੇ ਅਕਾਲੀ ਬਣੇ ਆ, ਹੁਣ ਪੁੱਛੋ ਜਦੋਂ ਅਕਾਲੀ ਬਣੇ ਆ ਚੀਕਾਂ ਕਢਾਉਂਦੇ ਪਏ ਇਹਨਾਂ ਦੀਆਂ ਚੋਰਾਂ ਦੀਆਂ ਹੀ। ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਜਿਹੜਾ ਆ ਬਸਪਾ ਦੇ ਨਾਲ ਗਠਬੰਧਨ ਕੀਤਾ ਗਿਆ, ਕਿ ਉਹਦੇ ਵਿੱਚ ਜਦੋਂ ਗਠਬੰਧਨ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦਾ ਆਪਣਾ ਫੈਸਲਾ ਕਿ ਜਾਂ ਸਾਰੇ ਵਿਧਾਇਕਾਂ ਨੂੰ ਜਿੰਨੇ ਵੀ ਪਾਰਟੀ ਦੇ ਨੁਮਾਇੰਦੇ ਆ ਉਹਨਾਂ ਦੀ ਸਲਾਹ ਲਈ ਗਈ ਇਹਦੇ ਵਿੱਚ? ਜੋ ਪਾਰਟੀ ਪ੍ਰਧਾਨ ਸਾਡੀ ਹਾਈ ਕਮਾਂਡ ਨੇ ਸਾਰਿਆਂ ਦੀ ਸਲਾਹ ਲਈ ਸਾਡੀ ਉਹਨਾਂ ਨੇ, ਭਾਵੇਂ ਹਰੇ ਆ ਜਿੱਤੇ ਆ, ਜਿਹੜੇ ਵਰਕਰ ਵੀ ਆ, ਜਿਹੜੇ ਮੇਨ ਵਰਕਰ ਆ, ਜ਼ਿਲ੍ਹਾ ਜਥੇਬੰਦੀ ਆ ਸਾਡੀ, ਫਿਰ ਇਹ ਫੈਸਲਾ ਕਰਕੇ ਕੋਰ ਕਮੇਟੀ ਜਾਂਦਾ, ਕੋਰ ਕਮੇਟੀ ਫਿਰ ਪ੍ਰਧਾਨ ਸਾਹਿਬ ਜਾਂਦੇ ਆ, ਸਾਰਿਆਂ ਦੇ ਫੈਸਲੇ, ਸਾਰੇ ਲੋਕ ਹਿੱਤ ਫੈਸਲਾ ਸਾਰਿਆਂ ਦੀ ਸਲਾਹ ਨਾਲ ਲਿਆ ਗਿਆ, ਸਾਡੇ ਵਰਕਰ ਦੀ ਸਲਾਹ ਨਾਲ ਲਿਆ ਗਿਆ। ਇਹਨਾਂ ਨਾਲ ਸਭ ਗੱਲ ਕਰਾਂਗਾ ਕਿ ਜਿਹੜੀ BJP ਆ ਉਹਦੇ ਨੂੰ ਗਠਬੰਧਨ ਦੀ ਲੁੱਟੋ ਤੋਂ ਬਾਅਦ ਚ ਅਕਾਲੀ ਦਲ ਵੀ ਖੇਰੂ ਹੋ ਗਿਆ, ਕਿਤੇ ਟਕਸਾਲੀ ਬਣ ਗਏ, ਹੋਰ ਵੀ ਕਈ ਲੋਕ ਜਿਹੜੇ ਕਾਫੀ ਕੁਰਸੀ ਤੋਂ ਲੈ ਕੇ ਨਾਰਾਜ਼ ਨੇ। ਤਾਂ ਹੁਣ ਜਿਹੜਾ ਤੁਹਾਡੇ ਵੱਲੋਂ ਬਸਪਾ ਦੇ ਨਾਲ ਗਠਬੰਧਨ ਕੀਤਾ ਗਿਆ, ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕਾਫੀ ਵਾਰ ਉਹਨਾਂ ਨੇ ਇਕੱਲਿਆਂ ਇਲੈਕਸ਼ਨ ਲੜੀ, ਕਾਂਗਰਸ ਨੇ ਇਕੱਲਿਆਂ ਲੜੀ, ਕਿ ਅਕਾਲੀ ਦਲ ਦੀਆਂ ਲੱਤਾਂ ਦੇ ਵਿੱਚ ਇੰਨੀ ਜਾਨ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਇਕੱਲਿਆਂ ਇਲੈਕਸ਼ਨ ਲੜਵੇ, ਕਿਉਂ ਬਸਪਾ ਨੂੰ ਨਾਲ ਲਿਆ? ਇਤਿਹਾਸ ਗਵਾਹ ਆ ਪੰਜਾਬ ਦਾ, ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ, ਭਾਵੇਂ ਸਾਡੇ ਤੋਂ ਵੱਡੇ ਸਾਡੇ ਬਜ਼ੁਰਗ ਸਰ ਬਾਦਲ ਤੋਂ ਵੀ ਪਹਿਲਾਂ, ਸਰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ, ਹਮੇਸ਼ਾ ਗੱਠ ਜੋੜ ਨਾਲ ਇਲੈਕਸ਼ਨ ਲੜੀ ਗਈ ਪੰਜਾਬ ਦੇ ਵਿੱਚ। ਪਹਿਲਾਂ ਇੱਕ ਸਮਾਂ ਹੀ CPI CPM ਨਾਲ ਗੱਠ ਜੋੜ ਹੁੰਦਾ ਸੀ, ਇੱਕ ਸਮਾਂ ਹੀ ਆਪਣੇ BSP ਨਾਲ ਵੀ ਗੱਠ ਜੋੜ ਹੋਇਆ, ਇੱਕ ਸਮਾਂ ਹੋਰ ਪਾਰਟੀਆਂ ਨਾਲ ਵੀ ਗੱਠ ਜੋੜ ਹੁੰਦੇ ਰਹੇ ਆ। ਇਹ ਤੇ ਹਰ ਭਾਈ ਜਿਸ ਅਕਾਲੀ ਦਲ ਨੂੰ ਸਿੱਖਾਂ ਦੀ, ਪੰਜਾਬ ਦੀ ਤੇ ਪੰਥਕ ਪਾਰਟੀ ਮੰਨਦੇ ਆ, ਤੇ ਪੰਥ 'ਚ ਹਰ ਧਰਮ ਨੂੰ, ਹਰ ਮਜ਼ਹਬ ਨੂੰ ਨਾਲ ਲੈ ਕੇ ਤੁਰਨ ਦਾ ਬਾਣੀ ਦਾ ਵੀ ਹੁਕਮ ਆ, ਤੇ ਸਾਰੇ ਧਰਮ ਮਜ਼ਹਬ ਨੂੰ ਨਾਲ ਲੈ ਕੇ ਇਸ ਕਰਕੇ ਸਾਰਾ ਕਰਦੇ ਆ। BJP ਦੇ ਲੀਡਰ ਕਹਿੰਦੇ ਆ ਕਿ ਜਿੰਨਾ ਚਿਰ ਸਾਡੇ ਨਾਲ ਗਠਬੰਧਨ ਸੀ ਸਾਡੇ ਕਰਕੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ, ਹੁਣ ਦੁਬਾਰਾ ਨਹੀਂ ਬਣਦੀ, ਦੁਬਾਰਾ ਬਣੂਗੀ ਤਾਂ BJP ਦੀ ਸਰਕਾਰ ਬਣੂਗੀ। ਇਹ ਆਪਣੀਆਂ ਜਾਨਾਂ ਬਚਾਉਣ, ਸਰਕਾਰ ਤੇ ਲੋਕਾਂ ਬਣਾਉਣੀ ਆ। ਸਰਕਾਰ ਇਹਨਾਂ ਨੇ ਢਾਈ ਕ ਟੋਟਕਵਾਨੇ ਨਹੀਂ ਬਣਾਉਣੀ ਜਿਹੜੇ ਦਿੱਲੀ ਦੇ ਝੋਲੀ ਚੁੱਕ ਬਣੇ ਪਏ ਦਿੱਲੀ ਦਰਬਾਰ ਦੇ। ਇਹ ਜਿਹੜੇ ਇਹਨਾਂ ਦੇ ਘਰੋਂ ਨਿਕਲਣਾ ਬਹਾਲ ਕਰ ਦੇਣਾ, ਜੋ ਬਣਦਾ ਪਿਆ ਜ਼ਮੀਂਦਾਰਾਂ ਨੇ, ਮਜ਼ਦੂਰਾਂ ਨੇ, ਕਿਸਾਨਾਂ ਨੇ, ਇਹਨਾਂ ਦਾ ਮਾੜੀ ਹਾਲਤ ਕਰ ਦੇਣੀ ਆ। ਇਹ ਤੁਸੀਂ BJP ਦੀ ਗੱਲ ਕਰਦੇ ਜੇ? ਇਹ ਤੇ ਮੈਂ ਕਹੂੰਗਾ ਇੱਕ ਚੱਪਣੀ ਲੈਣ ਤੇ ਚੁੱਲੂ ਭਰ ਆਪਣੇ ਨੱਕ ਨੂੰ ਲੈ ਕੇ ਡੁੱਬ ਮਰਨ, ਜੋ ਪੰਜਾਬ ਤੇ ਪੰਜਾਬੀ ਤੇ ਕਿਸਾਨੀ ਨਾਲ, ਮਜ਼ਦੂਰਾਂ ਨੇ ਜੋ ਇਹਨਾਂ ਨੇ ਕੀਤਾ, ਆਪਣੇ ਸਵਾਏ ਦਿੱਲੀ ਦਰਬਾਰ ਦੇ ਢੋਲ ਕੁੱਟਣ ਦਾ ਸਵਾਏ ਦਾ ਕੰਮ ਹੀ ਕੁਛ ਹੈ ਨਹੀਂ ਹੋਰ। ਇਹਨਾਂ ਸਾਹਿਬ BJP ਦਾ ਕਹਿਣਾ ਕਿ 117 ਸੀਟਾਂ ਤੇ ਉਮੀਦਵਾਰ ਖਿਲਾਰਾਂਗੇ, 22 ਦੇ ਵਿੱਚ ਪੰਜਾਬ ਦੇ ਵਿੱਚ BJP ਦੀ ਸਰਕਾਰ ਹੋਊਗੀ। ਤੁਸੀਂ ਕਿਵੇਂ ਵੇਖਦੇ ਹੋ, ਕਿੰਨੀਆਂ ਸੀਟਾਂ ਖੜੂਗੀ BJP? ਜੋ ਪੱਛਮੀ ਬੰਗਾਲ 'ਚ ਉੱਥੋਂ ਦੇ ਲੋਕਾਂ ਨੇ, ਉੱਥੋਂ ਦੇ ਲੋਕ ਮਾਤਾ ਵਾਲਿਆਂ ਨੇ, ਸੰਗਤ ਨੇ ਜੋ ਇਹਨਾਂ ਦੀ ਫੱਟੀ ਪੋਚ ਕੇ ਇੱਥੇ ਭੇਜਿਆ ਹਨ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਲੋਕਾਂ ਨੇ ਇਹਨਾਂ ਦੀ ਫੱਟੀ ਪੋਚ ਕੇ ਇਹਨਾਂ ਨੂੰ ਘਰਾਂ ਨੂੰ ਭੇਜਣਾ। ਪਹਿਲੀ ਗੱਲ ਤੇ ਇਹਨਾਂ ਨੂੰ ਨਿਕਲ ਨਹੀਂ ਲੈਣਾ, ਦੂਜੀ ਗੱਲ ਜੇ ਆਉਂਦੇ ਆ ਤੇ ਜ਼ਮਾਨਤ ਜ਼ਬਤ ਨਹੀਂ, ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਇਹ ਵੇਖਿਓ ਬਣਦਾ ਕੀ ਇਹਨਾਂ ਦਾ ਹਾਲ। ਜਿਵੇਂ ਤੁਸੀਂ ਕਿਹਾ ਕਿ BJP ਦਾ ਵਿਰੋਧ ਕਰ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ, ਪਿਛਲੇ ਦਿਨੀ ਤੁਸੀਂ ਅਜਨਾਲਾ ਦੇ ਕੁਝ ਪਿੰਡਾਂ ਦੇ ਵਿੱਚ ਗਏ ਹੋ, ਕਿਸਾਨਾਂ ਦੇ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ, ਤੁਹਾਡੀ ਗੱਡੀ ਦੇ ਅੱਗੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ। ਕਿਵੇਂ ਵੇਖਦੇ ਹੋ, ਤੁਹਾਡਾ ਵੀ ਵਿਰੋਧ ਉਹਨੇ ਹੋ ਰਿਹਾ ਜਿੰਨਾ BJP ਦਾ ਹੋ ਰਿਹਾ? ਇਹ ਕਿਸਾਨਾਂ ਨੇ ਵਿਰੋਧ ਨਹੀਂ ਕੀਤਾ, ਇਹ ਜਿਹੜੀ ਕਾਂਗਰਸ ਦੀ B ਟੀਮ ਆ, ਜਿਹੜੇ ਕਾਂਗਰਸ ਦੇ ਹਰੇ ਹੋਏ ਮੈਂਬਰ ਪੰਚਾਇਤ ਨੇ, ਜਿਹੜੇ ਉਹਨਾਂ ਦੀ ਠੱਗੀ ਮਾਰਨ ਵਾਲੀ ਟੀਮ ਹੈ, ਜਿਹੜੀ ਆਪਣਿਆਂ ਨੂੰ ਸੋ ਕਾਲਡ ਕਾਮਰੇਡ ਬਣੇ ਆ, ਜਿਹੜੀ ਨਕਾਰੀ ਹੋਈ, ਜਿਹੜੇ ਸੰਯੁਕਤ ਮੋਰਚਾ ਜਿਹੜਾ ਕਿਸਾਨਾਂ ਦਾ ਦਿੱਲੀ ਬੈਠਾ, ਉੱਥੋਂ ਭਜਾਏ ਹੋਏ ਜਿਹੜੇ ਲੋਕ ਨੇ, ਉਹ ਆਣ ਕੇ ਬੈਠੇ ਸੀ। ਪਰ ਉਹਨਾਂ ਨੇ ਮੇਰੀ ਗੱਡੀ ਅੱਗੇ ਨਾਅਰੇਬਾਜ਼ੀ ਨਹੀਂ ਕੀਤੀ, ਉਹ ਸੜਕ ਦੇ ਸਾਈਡ ਤੇ ਬੈਠੇ ਸੀ। ਤੇ ਸਾਡੇ ਲੋਕਾਂ ਨੇ ਆਖਿਆ ਕਿ 2 ਦਿਨ ਪਹਿਲਾਂ ਤੁਹਾਡਾ ਫੁੱਫੜ ਹਰਪ੍ਰਤਾਪ ਵੀ ਇਸ ਪਿੰਡ 'ਚ ਹੋ ਗਿਆ ਆ, ਉਹ ਜਿਹੜਾ ਮੌਜੂਦਾ MLA ਆ, ਜਿਹੜਾ ਮੌਜੂਦਾ MLA ਤੋਂ ਹੋ ਗਿਆ ਆ, ਉਹ ਫੁੱਫੜ ਨੂੰ ਡੱਕਿਆ ਤੇ ਇਹ ਤੁਸੀਂ ਮਾਸੜ ਨੂੰ ਡੱਕਣ ਆ ਗਏ ਜੇ। ਇਹ ਸਾਡੇ ਘਰ ਆ, ਜੇਕਰ ਸਾਂਝੇ ਥਾਂ ਆਵੇ। ਇਹਨਾਂ ਨੇ ਤੇ ਅਕਾਲੀ ਦਲ ਨੇ ਤੇ ਸਾਡੀ ਬੀਬਾ ਹਰਸਿਮਰਤ ਕੌਰ ਨੇ ਅਸਤੀਫੇ ਦੇ ਦਿੱਤੇ ਆ, ਕੋਈ ਮੈਂਬਰੀ ਤੋਂ, ਕੋਈ ਸਰਪੰਚੀ ਤੋਂ ਦੇ ਨਹੀਂ ਸਕਿਆ, ਤੁਸੀਂ ਵੀ ਨਹੀਂ ਦੇ ਸਕੇ। ਮੇਰਾ ਕਹਿਣ ਦਾ ਭਾਵ ਇਹ ਕਾਂਗਰਸ ਦੀ B ਟੀਮ ਆ, ਇਹ ਕਿਸਾਨ ਨਹੀਂ ਹੈ। ਕਿਹੜੇ ਜਿਹਨਾਂ ਡੱਕਿਆ ਹੈ ਕਿਸਾਨ ਨਹੀਂ ਆ, ਇਹ ਤੇ ਇੱਕ B ਟੀਮ ਆ, ਵਿਕਾਊ ਟੀਮ ਆ ਜਿਨ੍ਹਾਂ ਨੇ ਘੇਰਿਆ ਕੀਤਾ। ਤੁਸੀਂ ਜਿਵੇਂ ਬਸਪਾ ਦੀ ਗੱਲ ਕਰ ਰਹੇ ਹੋ ਕਿ ਬਸਪਾ ਦੇ ਨਾਲ ਤੁਹਾਡਾ ਗਠਬੰਧਨ ਹੋ ਗਿਆ, ਜਿਵੇਂ ਸੁਣਿਆ ਕਿ 20 ਸੀਟਾਂ ਤੇ ਜਿਹੜੀ ਬਸਪਾ ਇਲੈਕਸ਼ਨ ਲੜੇਗੀ, ਬਾਕੀ ਸੀਟਾਂ ਤੇ ਅਕਾਲੀ ਦਲ ਲੜੂਗਾ। ਜੇ ਗੱਲ ਕਰੀਏ ਅਜਨਾਲਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬਸਪਾ ਜਿਹੜੀ ਆ ਉਹ ਇਲੈਕਸ਼ਨ ਲੜਦੀ ਆ ਰਹੀ ਆ, ਜੇ ਇਸ ਵਾਰ ਬਸਪਾ ਦੇ ਕਿਸੇ ਉਮੀਦਵਾਰ ਨੇ ਚਾਹਿਆ ਕਿ ਮੈਂ ਅਜਨਾਲੇ ਤੋਂ ਇਲੈਕਸ਼ਨ ਲੜਨੀ ਆ, ਤਾਂ ਬੋਨੀ ਅਜਨਾਲਾ ਕਿੱਥੇ ਸਟੈਂਡ ਕਰਨਗੇ? ਸਾਡੇ ਪਾਰਟੀ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਜੋ ਸਾਨੂੰ ਪਾਰਟੀ ਪ੍ਰਧਾਨ ਦਾ ਹੁਕਮ ਹੋਊਗਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ,
ਕਿ ਕਿਹਨੂੰ ਟਿਕਟ ਲਾਉਣੀ ਆ। ਅੱਜ ਜਿਸ ਤਰ੍ਹਾਂ ਸਾਨੂੰ ਜਿਸ ਦਿਨ ਇਹ ਸਮਝੌਤਾ ਆਇਆ, ਇਹ ਇਤਿਹਾਸਕ ਸਮਝੌਤਾ ਆਇਆ, 20 ਸੀਟਾਂ ਬਸਪਾ ਨੂੰ ਮਿਲੀਆਂ ਨੇ, ਉਹਦੇ 'ਚ ਅੰਮ੍ਰਿਤਸਰ ਜ਼ਿਲ੍ਹੇ ਨੂੰ 2 ਸੀਟਾਂ ਦਿੱਤੀਆਂ ਨੇ। ਜੋ ਸਰਦਾਰ ਸੁਖਬੀਰ ਸਿੰਘ ਬਾਦਲ ਹੁਕਮ ਕਰਨਗੇ ਇਹਨਾਂ ਮੈਨੂੰ ਅਸੀਂ ਉਹ ਮੱਥੇ 'ਤੇ ਸਵੀਕਾਰ ਕਰਾਂਗੇ। ਸੱਚ ਕਿਹੜੀਆਂ ਸੀਟਾਂ ਦਿੱਤੀਆਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇੱਕ ਅੰਮ੍ਰਿਤਸਰ ਦੀ ਨਾਰਥ ਦੀ ਸੀਟ, ਇੱਕ ਅੰਮ੍ਰਿਤਸਰ ਦੀ ਸੈਂਟਰ ਦੀ ਸੀਟ, ਇਹ ਦੋਵੇਂ ਸੀਟਾਂ ਜਿਹੜੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਬੀਐਸਪੀ ਨੂੰ ਦਿੱਤੀਆਂ ਗਈਆਂ ਨੇ। ਇਨਾਲਾ ਸਾਹਿਬ, ਮੈਂ ਬਸਪਾ ਦੀ ਫਿਰ ਦੁਬਾਰਾ ਗੱਲ ਕਰੂੰਗਾ ਕਿ ਬਸਪਾ ਦੇ ਨਾਲ ਗਠਬੰਧਨ ਕੀਤਾ ਗਿਆ। ਲੱਗਦਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਕਿ ਰੁੱਸੇ ਹੋਏ ਨੂੰ ਮਨਾਉਂਦੇ ਪਹਿਲਾਂ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਸਰਕਾਰ ਤੁਹਾਡੀ ਬਣਦੀ ਰਹੀ ਆ, ਬੀਜੇਪੀ ਇੰਨੀਆਂ ਸੀਟਾਂ ਤੇ ਨਹੀਂ ਖੜਦੀ ਰਹੀ ਐਮਐਲਏ ਦੀਆਂ, ਜ਼ਿਆਦਾਤਰ ਅਕਾਲੀ ਦਲ ਹੀ ਸੀਟਾਂ ਖੜਦੀ ਰਹੀ ਆ, ਤਾਂ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ। ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਹੋਰ ਵੀ ਵੱਡਾ ਦਰਾਰ ਪੈ ਸਕਦਾ ਇਸ ਨੂੰ ਲੈ ਕੇ? ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਜਥੇਬੰਦੀ ਆ ਜਿਹੜਾ ਪੰਜਾਬੀਅਤ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਦਲਿਤਾਂ ਤੇ ਜਿਹੜੇ ਸਰਕਾਰੀ ਮੁਲਾਜ਼ਮਾਂ ਨਾਲ ਖਲੋਤੀ ਆ। ਜਦੋਂ ਵੀ ਪੰਜਾਬ ਦੀ ਬਿਹਤਰੀ ਹੋਈ ਆ, ਇਹ ਮੈਂ ਨਹੀਂ ਕਹਿੰਦਾ, ਇਸ ਬਤੌਰ ਭਾਵੇਂ ਮੈਂ 10 ਸਾਲ ਐਮਐਲਏ ਰਿਹਾ, ਸੀਪੀਐਸ ਰਿਹਾ, ਮੈਂ ਨਹੀਂ ਕਹਿੰਦਾ, ਇਤਿਹਾਸ ਬੋਲਦਾ ਪੰਜਾਬ ਸੂਬੇ ਦਾ। ਜਦੋਂ ਵੀ ਕੋਈ ਬਿਹਤਰੀ ਹੋਈ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਹੋਈ ਆ। ਆ ਜਿਹੜਾ ਤੁਸੀਂ ਕਹਿੰਦੇ ਜੇ ਰੁੱਸੇ ਬਣਾਉਣੇ, ਅਸੀਂ ਤੇ ਹੱਥ ਜੋੜ ਝੋੜੀ ਅੱਡ ਅੱਡ ਕਹਿੰਦੇ ਪਏ ਆ ਕਿ ਜਿਹੜੇ ਰੁੱਸੋ ਨਾ, ਸ਼੍ਰੋਮਣੀ ਅਗਲੀ ਜਿਹੜੀ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਆ, ਬੀਐਸਪੀ ਦੀ ਹੋਣੀ ਆ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣੇ ਆ। ਤਗੜੇ ਹੋ ਕੇ ਆਪਾਂ ਇਸ ਪੰਜਾਬ ਸੂਬੇ ਦੀ ਸੇਵਾ ਕਰੀਏ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਜੇ ਪੰਜਾਬ ਦਾ ਬੇੜਾ ਗਰਕ ਕਰਤਾ, ਸੁਖਬੀਰ ਸਿੰਘ ਬਚਾਉਣ ਵਾਸਤੇ ਜਿਸ ਤਰ੍ਹਾਂ ਟਕਸਾਲੀ ਕਹਿ ਰਹੇ ਕਿ ਅਕਾਲੀ ਦਲ ਤੋਂ ਅਸਤੀਫਾ ਦੇ ਦਿਓ, ਪ੍ਰਧਾਨ ਤੋਂ ਅਸਤੀਫਾ ਦੇ ਦਿਓ, ਕਿਸੇ ਹੋਰ ਨੂੰ ਮੌਕਾ ਦਿਓ, ਕਿਉਂ ਨਹੀਂ ਦੇ ਰਹੇ? ਜੇ ਸਾਰੇ ਚਾਹ ਰਹੇ ਤੇ ਅਸਤੀਫਾ ਦੇਣ, ਪੰਜਾਬ ਨੂੰ ਬਚਾਉਣਾ ਹੈ ਤਾਂ ਕਿਸੇ ਹੋਰ ਨੂੰ ਮੌਕਾ ਦੇ ਦੇਣ। ਇਹ ਤੇ ਲੱਸੀ ਪਈ ਆ, ਰੜਕੀ ਜਾਈਏ, ਕੁਛ ਨਹੀਂ ਨਿਕਲਣਾ। ਮਧਾਣੀ 'ਚ ਲੱਸੀ ਰੜਕੀ ਜਾਓ, ਕੁਛ ਨਿਕਲਣੀ। ਲੱਸੀ ਤੇ ਗੀਰ ਮੱਖਣ ਹੀ ਆ। ਇਹ ਤੇ ਟਕਸਾਲੀ ਤੇ ਪਾਰਟੀ ਖਤਮ ਹੋ ਗਈ ਆ। ਜਿਹੜੇ ਕਹਿੰਦੇ ਪਏ ਸੀ ਸੁਖਬੀਰ ਜੀ ਨੂੰ ਦੇ ਦਿਓ, ਉਹਦੇ ਆਪ ਹੀ ਖਤਮ ਹੋ ਗਏ, ਪਾਰਟੀ ਖਤਮ ਕਰਦੀ ਆ। ਇਹ ਤੇ ਪਤਾ ਹੀ ਨਹੀਂ ਇਹਨਾਂ ਨੇ ਕਿਹੜੀ ਪ੍ਰਣਾਲੀ ਡੇਟ ਕਿੱਥੇ ਜਾ ਲੱਗਣੀ, ਕੀ ਹੋਣਾ, ਜਿਨ੍ਹਾਂ ਦਾ ਕੋਈ ਸਥਿਰ ਹੀ ਨਹੀਂ ਆ, ਜਿਹਨਾਂ ਸਵਾਏ ਕੁਰਸੀਆਂ ਤੋਂ, ਸਵਾਏ ਆਪਣੇ ਲਾਲਚ ਤੋਂ ਕੋਈ ਗੱਲ ਹੀ ਨਹੀਂ ਆ। ਇਹਨਾਂ ਨੂੰ ਸਿੱਖੀ ਨਾ, ਪੰਜਾਬ ਨਾ, ਪੰਜਾਬੀ ਦਾ ਦਰਦ ਹੀ ਨਹੀਂ ਆ। ਉਹਨਾਂ ਜਿਹੜੇ ਟਕਸਾਲੀ ਤੁਸੀਂ ਕਰਦੇ ਜੇ, ਉਹਦੇ ਪਾਰਟੀ ਖਤਮ ਹੋ ਗਈ ਆ। ਜੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਰਲਦੇ ਆ, ਕੀ ਲੱਗਦਾ ਪੰਜਾਬ ਦੀ ਸਿਆਸਤ ਵਿੱਚ ਕਿਸ ਤਰ੍ਹਾਂ ਬਦਲਾਅ ਆਏਗਾ? ਉਹ ਨਵਜੋਤ ਸਿੰਘ ਸਿੱਧੂ ਨੇ ਕੀ ਕਰਨਾ ਜੀ? 4.5 ਸਾਲ ਇਹਨਾਂ ਨਾਲ ਪਹਿਲਾਂ ਹੰਢਾ ਪਾ ਲਿਆ ਆ। ਹੁਣ ਪਤਾ ਨਹੀਂ ਕਿਹੜੀ ਬਿਗਲ ਵਜਾਉਂਦਾ, ਕਿਹੜੀ ਤੂੰ ਵਜਾਉਂਦਾ। ਲੋਕ ਬੜੇ ਸਿਆਣੇ ਹੋ ਗਏ ਆ। ਮੈਨੂੰ ਤੇ ਇਹ ਵੀ ਪਤਾ ਲੱਗਾ ਕਿ ਉਹ ਆਪਣਾ ਬੋਰੀ ਬਿਸਤਰਾ ਅੰਮ੍ਰਿਤਸਰ ਚੁੱਕ ਕੇ ਪਟਿਆਲੇ ਲੈ ਗਏ ਨੇ। ਇਹਨੇ ਮਹਾਰਾਜ ਜਾਣੇ। ਇਹ ਨਾ ਨਵਜੋਤ ਸਿੰਘ ਸਿੱਧੂ ਦੇ ਕਿਹਾ ਕੁਛ ਹੋਣਾ ਤੇ ਨਾ ਤੁਹਾਡੇ ਮੇਰੇ। ਇਹ ਤਾਂ ਸੰਗਤ ਨੇ ਫੈਸਲਾ ਕਰਨਾ ਕਿ ਕਿਹਨੂੰ ਆਪਣੇ ਹੱਕ ਹਕੂਕ ਦੇਣੇ ਆ। ਜੇ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਿਛਲੀ ਵਾਰ ਵੋਟਾਂ ਤੋਂ ਹਾਰੇ ਸੀ, ਇਸ ਵਾਰ ਤੁਹਾਨੂੰ ਕਿਸ ਤਰ੍ਹਾਂ ਦਾ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਵਿਧਾਨ ਸਭਾ ਹਲਕਾ ਅਜਨਾਲਾ ਤੋਂ? ਜਿੰਨਾ ਮੈਂ ਝੂਠ ਬੋਲਾਂ ਓਨਾ ਹੀ ਥੋੜਾ। ਜਿੰਨਾ ਪਿਆਰ, ਮਾਣ, ਸਤਿਕਾਰ ਅਜਨਾਲੇ ਹਲਕੇ 'ਚ ਹਰ ਧਰਮ, ਹਰ ਮਜ਼ਹਬ ਦਾ ਮਿਲ ਰਿਹਾ ਆ, ਮੈਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ। ਜੇ ਤਿਉਹਾਰ ਉਹ ਸੱਚੇ ਪਾਤਸ਼ਾਹ ਵਡਿਆਈ ਸਾਹਿਬ ਹੱਥੇ ਵਡਿਆਈਆਂ ਜਿਸ ਭਾਵੇਂ ਦਿਸਦੇ, ਜੋ ਸੰਗਤ ਦਾ ਪਿਆਰ ਆ। ਤੁਸੀਂ ਆਹ ਵੇਖ ਲਓ, ਆ ਜਿਹੜੀ ਅਜਨਾਲੇ ਕਮੇਟੀ ਇਲੈਕਸ਼ਨ ਹੋਈ ਆ, ਆਪੋਜੀਸ਼ਨ 'ਚ ਹੋ ਕੇ ਲੋਕਾਂ ਨੇ, ਭਾਵੇਂ ਉਹ ਇੱਕ ਸਾਡਾ ਐਮਸੀ ਭੱਜ ਗਿਆ, ਪਰ ਫਤਵਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਸਾਡੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਆ। ਤੇ ਮੈਂ ਕਿਹੜੇ ਸ਼ਬਦਾਂ ਨਾਲ ਇਹਨਾਂ ਦਾ ਮੈਂ ਧੰਨਵਾਦ ਕਰ ਸਕਾਂ? ਮੇਰੇ ਕੋਲ ਅਲਫਾਜ਼ ਹੀ ਨਹੀਂ ਆ। ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ 22 ਦੀਆਂ ਚੋਣਾਂ ਤੇ ਅਕਾਲੀ ਦਲ ਦੀ ਸਰਕਾਰ ਹੋਵੇਗੀ। ਤੁਹਾਨੂੰ ਲੱਗਦਾ ਨਹੀਂ 328 ਪਾਵਨ ਸਰੂਪਾਂ ਨੂੰ ਲੈ ਕੇ, ਬਾਈਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹ ਸਾਰੀਆਂ ਅਕਾਲੀ ਦਲ ਦਾ ਵਿਰੋਧ ਕਰ ਰਹੀਆਂ? ਕਿਵੇਂ ਤੁਸੀਂ ਕਹਿ ਸਕਦੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ? ਮੈਂ ਬੜੇ ਸਪਸ਼ਟ ਗੱਲ ਕਰਦਾ, ਮਾਝੇ ਦੀ ਭਾਸ਼ਾ 'ਚ ਕਰਦਾ ਪਿਆ। ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੇ ਤੇ ਸਾਡੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਰੇਆਮ ਸੰਗਤ ਦੇ ਠਾਠਾ ਮਾਰਦੇ ਸਮੁੰਦਰ 'ਚ ਤਲਵੰਡੀ ਸਾਬੋ ਵਿਖੇ ਕਈ ਸੰਗਤ ਦੇ ਇਕੱਠਾਂ ਠਾਠਾ ਮਾਰਦੇ ਸਮੁੰਦਰ 'ਚ ਸ਼ਰੇਆਮ ਆਖਿਆ ਕਿ ਜਿਹੜੇ ਇਹ ਬਾਈਬਲ ਕਲਾਂ ਜਾਂ ਗੁਰੂ ਗ੍ਰੰਥ ਸਾਹਿਬ ਵੀ ਬੇਅਦਬੀ ਦੇ ਕੋਈ ਸਿਆਸਤ ਕੀਤੀ ਆ, ਉਹਦਾ ਕੁਛ ਨਾ ਰਵੇ। ਤੇ ਜਿਹੜਾ ਗਾਂ ਵੀ ਕਰੇ ਤੇ ਸਿਆਸਤਾਂ ਕਰੇ ਜਾਂ ਕੋਈ ਤੇ ਆਪਣੀ ਸਿਆਸੀ ਰੋਟੀਆਂ ਉਹਦਾ ਪਰਿਵਾਰ ਹੀ ਨਾ ਰਵੇ, ਭਾਵੇਂ ਅਸੀਂ ਤੇ ਭਾਵੇਂ ਕੋਈ ਵੀ ਹੈ। ਇਹ ਤੋਂ ਵੱਡੀ ਤੇ ਗੱਲ ਹੀ ਕੋਈ ਨਹੀਂ। ਜਿਹੜਾ ਇਹ ਮੈਟਰ ਆ, ਇਹ ਹਾਈ ਕੋਰਟ ਦਾ ਬਣ ਗਿਆ। 2 ਸੀਟਾਂ ਬਣ ਗਈਆਂ, 2 ਕੁਛ ਹੋ ਗਿਆ। ਇਹ ਸਿਰਫ ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਉਹਦੀ ਚਾਣ ਚੜੋਕੜੀ ਨੇ, ਜਿਹੜਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਝੂਠੀਆਂ ਸਹੁੰਆਂ, ਤਲਵੰਡੀ ਸਾਬੋ ਨੂੰ ਮੂੰਹ ਕਰਕੇ ਝੂਠੀਆਂ ਸਹੁੰਆਂ ਖਾਧੀਆਂ ਹਨ। ਇਹ ਸਾਰੀ ਚਾਣ ਚੜੋਕੜੀ ਨੇ ਸਿਰਫ ਉਸ ਬਿਹਾਫ ਤੇ ਅਕਾਲੀਆਂ ਨੂੰ ਬਦਨਾਮ ਕਰਨ ਦੇ ਨਾਂ 'ਤੇ ਸਰਕਾਰ ਬਣਾਈ ਸੀ। ਲੋਕਾਂ ਨੂੰ, ਪੰਜਾਬ ਨੂੰ, ਹਰ ਵਰਗ ਨੂੰ ਗੁੰਮਰਾਹ ਕੀਤਾ ਹੈ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੋ ਮਾਣਯੋਗ ਹਾਈ ਕੋਰਟ ਦੇ ਜਿਹੜਾ ਫੈਸਲਾ ਕਰੂਗੀ, ਸਿਰ ਮੱਥੇ ਸਾਡੀਆਂ ਸਤਿਕਾਰਯੋਗ ਨੇ ਕੋਰਟਸ, ਸਿਰ ਮੱਥੇ। ਮੈਂ ਇਹ ਚਾਹੁੰਦਾ ਕਿ ਜਿੰਨੇ ਵੀ ਕੀਤੀ ਆ,
ਜਿਹੜਾ ਵੀ ਕਸੂਰਵਾਰ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਗੁਰੂ ਸਾਹਿਬਾਨ ਦੀ ਬਾਣੀ ਦਾ ਬਾਣੇ ਦਾ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਆ, ਭਾਵੇਂ ਕਿਸੇ ਧਰਮ ਕਿਸੇ ਮਜ਼ਹਬ ਦਾ ਹੋਵੇ। ਤੁਸੀਂ ਗੁਟਕਾ ਸਾਹਿਬ ਦੀ ਗੱਲ ਕੀਤੀ ਹੈ ਕਿ ਗੁਟਕਾ ਸਾਹਿਬ ਫੜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ। ਕੀ ਤੁਹਾਨੂੰ ਲੱਗਦਾ ਹੈ 4.5 ਸਾਲ ਬੀਤ ਗਿਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਵਿਕਾਸ ਪੱਖੀ, ਨਸ਼ੇ ਨੂੰ ਲੈ ਕੇ, ਘਰ ਰੁਜ਼ਗਾਰ, ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਨੇ? ਮੇਰੀ ਬੇਨਤੀ ਸੁਣੋ, ਕੁੰਭ ਕਰਨ ਦੀ ਨੀਂਦ ਇਹ ਸਰਕਾਰ, ਇਹ ਮੁੱਖ ਮੰਤਰੀ, ਇਹਦੇ ਮੰਤਰੀ ਸੁੱਤੇ ਸੀ। ਇਹਦੇ ਕੰਨਾਂ 'ਚ ਕੌੜਾ ਤੇਲ ਵੀ ਪਾ ਦਿਓ ਤਾਂ ਫੇਰ ਵੀ ਨਹੀਂ ਉੱਠੇ। ਇੱਥੇ ਮਹਾਮਾਰੀ ਕਰੋਨਾ ਦਾ ਦੌਰ ਚੱਲਿਆ, ਉਹ 'ਚ ਇਹਨਾਂ ਦੇ ਘਟਾਲੇ। ਆ ਹੁਣ ਦਵਾਈਆਂ ਕਰੋਨਾ ਦੀਆਂ, ਟੀਕੇ ਦੀਆਂ ਦਵਾਈਆਂ 'ਚ ਉਹਦੇ 'ਚ ਉਹਨਾਂ 'ਚ ਘਟਾਲੇ, ਬਿਜਲੀ ਦਾ ਘਟਾਲਾ, ਸ਼ਰਾਬ ਦਾ ਘਟਾਲਾ, ਆਪਣਾ ਬੀਜਾਂ ਦਾ ਘਟਾਲਾ। ਇਹ ਦੱਸੋ ਆਪਣੇ ਜਿਹੜੇ ਬਾਰਦਾਨਾ, ਜਿਹੜਾ ਜ਼ਿਮੀਂਦਾਰਾਂ ਦਾ ਬਾਰਦਾਨਾ, ਉਹ 'ਚੋਂ ਘਟਾਲਾ। ਸਵਾਏ ਘਟਾਲਿਆਂ ਤੋਂ, ਇਹ ਕੁੰਭ ਕਰਨ, ਸਵਾਏ ਲੁੱਟਣ ਤੋਂ, ਪੰਜਾਬ ਦੇ ਕੁੱਟਣ ਤੋਂ, ਸਵਾਏ ਨਸ਼ੇ ਮਹਿੰਗੇ ਕਰਨ ਤੋਂ, ਸਵਾਏ ਹਰ ਚੀਜ਼ 'ਚ ਗੁੰਡਾਗਰਦੀ ਕਰਨ ਤੋਂ ਸਵਾਏ ਸਰਕਾਰ ਨੇ ਕੁਝ ਕੀਤਾ ਹੈਗਾ? ਤੁਸੀਂ ਪਿੱਛੇ ਜੇ ਵੇਖਿਆ ਨਾ, ਇੱਕ ਵਾਇਰਲ ਹੋਈ ਸੀ ਆਪਾਂ YouTube ਤੇ ਵੀ, ਆਪਣੇ ਮੁੱਖ ਮੰਤਰੀ ਪੰਜਾਬ ਦੀ ਚੀਕੂ ਤੇ ਸੀਤਾਫਲ ਦੀਆਂ। ਮੈਨੂੰ ਸ਼ਰਮ ਆਉਂਦੀ ਆ ਕਿ ਪੰਜਾਬ ਦਾ ਮੋਹਤਬਰ ਰਾਜਾ ਹੋਵੇ ਕਿ ਜਿਹੜਾ ਚੀਕੂ ਤੇ ਸੀਤਾਫਲ ਦੀਆਂ ਗੱਲਾਂ ਕਰਦਾ ਹੋਵੇ। ਲੋਕ ਮਰਨ ਕੰਢੇ ਪਏ ਹੁਣ। ਤੇ ਅੱਜ ਦੀ ਤਰੀਕ 'ਚ ਵੀ ਇਹ ਸਾਰੇ ਦਿੱਲੀ ਜਾ ਕੇ ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਦਰਬਾਰ 'ਚ ਜਾ ਕੇ ਉਹਦੇ ਪੈਰੀ ਪੈਣ ਆਪਣੀ ਕੁਰਸੀਆਂ ਖਾਤਰ। ਪੰਜਾਬ ਭਾਵੇਂ ਰੁੜੇ, ਭਾਵੇਂ ਉਹ ਕਹਿੰਦੇ ਸੁਸਰਾ ਘੋਰ ਪਤਾਸੇ ਪੀਵੇ, ਇਹ ਤਾਂ ਹਾਲ ਇਹਨਾਂ ਦਾ ਬਣਿਆ ਪਿਆ। ਜਿਵੇਂ ਅਜਨਾਲ ਸਾਹਿਬ ਗੱਲ ਕਰੀਏ, ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ। ਜੇ ਗੱਲ ਕਰੀਏ ਸਿੱਧੂ ਨੂੰ ਲੈ ਕੇ ਜਾਂ ਹੋਰ ਵੀ ਕੁਝ ਵਿਧਾਇਕ ਜਿਹੜੇ ਬਰਖਲਾਫੀ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ, ਇਹਦਾ 22 ਦੀਆਂ ਚੋਣਾਂ ਦੇ ਵਿੱਚ ਕਿਹਨੂੰ ਫਾਇਦਾ ਹੋ ਸਕਦਾ? ਆਮ ਆਦਮੀ ਪਾਰਟੀ ਨੂੰ ਜਾਂ ਅਕਾਲੀ ਦਲ ਨੂੰ? ਅਸੀਂ ਤੇ 4.5 ਸਾਲ ਹੋ ਗਏ ਕਹਿੰਦੇ ਪਏ ਆ ਕਿ ਇਹ ਬੇੜਾ ਗਰਕ ਹੋ ਗਿਆ ਕੈਪਟਨ ਦਾ, ਇਹਦੀ ਚਾਣ 'ਚ ਨੌਕਰੀ ਦਾ। 4.5 ਸਾਲ ਹੋ ਗਏ ਆ, ਨਾ ਕੋਈ ਡਿਵੈਲਪਮੈਂਟ, ਨਾ ਕੋਈ ਪੇ ਕਮਿਸ਼ਨ, ਨਾ ਜਿਹੜੇ ਜ਼ਿਮੀਂਦਾਰਾਂ ਦੇ ਜਿਹੜੇ ਇਹਨਾਂ ਨੇ ਵਾਪਸ ਲੋਨ ਹੈਗੇ ਉਹ ਖਤਮ ਕੀਤੇ, ਨਾ ਇਹਨਾਂ ਨੇ ਕੋਈ ਭਰਤੀ, ਨਾ ਕੋਈ ਇੱਕ ਕੰਮ ਵੀ ਦੱਸਦੇ ਨੇ ਸਰਕਾਰ ਨੇ ਕੀਤਾ ਹੋਵੇ। ਇਹਨਾਂ ਨੇ ਇੰਨਾ ਜ਼ਰੂਰ ਕੀਤਾ ਕਿ ਲੋਕਾਂ ਦੀਆਂ ਪੈਨਸ਼ਨਾਂ ਘਟਾਤੀਆਂ ਜੇ, ਲੋਕਾਂ ਦੇ ਦਾਲ ਆਟੇ ਦੇ ਕਾਰਡ ਘਟਾਤੇ ਜੇ, ਜਿਹੜੇ ਵਿਧਵਾ ਸਾਡੀਆਂ ਮਾਵਾਂ ਹੈਂਡੀਕੈਪ ਉਹਨਾਂ ਦੀਆਂ ਪੈਨਸ਼ਨਾਂ ਘਟਾ ਕੇ ਉਹਨਾਂ ਨੂੰ ਉਲਟਾ ਨੋਟਿਸ ਭੇਜਦੇ ਆ ਕਿ ਸਾਡੇ ਜਿਹੜੇ ਆ ਤੁਹਾਡੇ ਗਲਤ ਲੱਗੀਆਂ ਇਹ 35 45 50 ਵਾਪਸ ਬੈਂਕਾਂ ਜਮ੍ਹਾਂ ਕਰੋ ਗਰੀਬਾਂ ਦੇ। ਕੁਝ ਬੀਜੇਪੀ ਦੇ ਲੀਡਰ ਜਿਹੜੇ ਅੱਜ ਕੱਲ੍ਹ ਆਪਣੇ ਹੀ ਜਿਹੜੀ ਆ ਸਰਕਾਰ ਕੇਂਦਰ ਦੀ ਉਹਦਾ ਵਿਰੋਧ ਕਰ ਰਹੇ ਨੇ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਕਿਸਾਨਾਂ ਦਾ ਹੱਲ ਨਿਕਲੇ। ਅਗਰ ਹੱਲ ਨਿਕਲਦਾ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਦੁਬਾਰਾ ਗਠਬੰਧਨ ਕਰ ਸਕਦੀ ਹੈ ਬੀਜੇਪੀ ਦੇ ਨਾਲ। ਇਹ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਨੇ, ਪਾਰਟੀ ਮੀਟਿੰਗ ਹੋਊਗੀ, ਜੋ ਪਾਰਟੀ ਦੀ ਸਾਡੀ ਹਾਈ ਕਮਾਂਡ ਜਾਂ ਕੋਰ ਕਮੇਟੀ ਜੋ ਸਾਡੇ ਪ੍ਰਧਾਨ ਸਾਹਿਬ ਫੈਸਲਾ ਕਰਨਗੇ ਅਸੀਂ ਇਹਨਾਂ ਬੰਨੇ ਉੱਤੇ ਪਹਿਰਾ ਦੇਵਾਂਗੇ। ਸੋ ਧੰਨਵਾਦ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਮਰਪਾਲ ਸਿੰਘ ਬੋਨੀ, ਜਿਨ੍ਹਾਂ ਦੇ ਨਾਲ ਅਸੀਂ 22 ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ। ਜੋ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਬਸਪਾ ਦੇ ਨਾਲ ਗਠਬੰਧਨ ਕੀਤਾ ਗਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ 20 ਸੀਟਾਂ ਤੇ ਬਸਪਾ ਪੰਜਾਬ ਦੇ ਵਿੱਚ ਇਲੈਕਸ਼ਨ ਲੜੇਗੀ, ਬਾਕੀ ਸੀਟਾਂ ਤੇ ਕਾਂਗਰਸ ਲੜੇਗੀ। ਕਿਸੇ ਹੋਰ ਖਬਰ ਨਾਲ ਜਲਦੀ ਹੀ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।